ਸਵਾਗਤ ਕਰਦਾ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ, ਜਿਸ ਦਾ ਨਾਮ ਹੈ ਅਮਿਤ ਜਿੰਦਲ। ਪਿਆਰੇ ਵਿਦਿਆਰਥੀਓ, ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੋ ਅੱਜ ਪੇਪਰ ਹੋਇਆ SST ਦਾ ਮਾਸਟਰ ਕੈਡਰ ਦਾ ਸਿਵਿਕਸ ਦਾ ਪੋਰਸ਼ਨ ਹੈ, ਜੋ ਉਹਦੇ ਵਿੱਚ ਦੇਖਦੇ ਹਾਂ ਜੀ। ਜੋ 75 ਪ੍ਰਸ਼ਨ ਆਏ ਸੀ, ਇੱਕ ਅੱਧੇ ਪ੍ਰਸ਼ਨ ਦੇ ਵਿੱਚ ਹੋ ਸਕਦਾ ਡਾਊਟ ਹੋਵੇ, ਬਾਕੀ ਸਾਰੇ ਪ੍ਰਸ਼ਨ ਲਗਭਗ ਕਲੀਅਰ ਨੇ। ਬਾਕੀ ਜਦੋਂ ਉਹਦੀ ਓਫੀਸ਼ੀਅਲ ਆਨਸਰ ਕੀ ਆਏਗੀ ਉਹਦੇ ਨਾਲ ਮੈਚ ਕਰਾਂਗੇ ਤਾਂ ਐਕਸਪੈਕਟਡ ਆਨਸਰ ਕੀ ਹੈ। ਇਹ ਜੋ ਮਾਸਟਰ ਕੈਡਰ ਹੋਇਆ ਸੀ ਅੱਜ ਸਿਵਿਕਸ ਵਾਲਾ ਪੋਰਸ਼ਨ, ਜਿਹਦੇ ਵਿੱਚ 75 ਪ੍ਰਸ਼ਨ ਆਏ ਸੀ। ਭਾਰਤੀ ਸੰਵਿਧਾਨ ਦਾ ਕਿਹੜਾ ਆਰਟੀਕਲ ਸੁਪਰੀਮ ਕੋਰਟ ਦੀ ਸਥਾਪਨਾ ਕਰਦਾ ਹੈ? ਆਰਟੀਕਲ 124। ਅਗਲਾ ਪ੍ਰਸ਼ਨ ਹੈ ਜੀ, ਰਾਜ ਸਭਾ ਦਾ ਚੇਅਰਮੈਨ ਹੁੰਦਾ ਜੀ ਭਾਰਤ ਦਾ ਉਪ ਰਾਸ਼ਟਰਪਤੀ। ਭਾਰਤ ਦਾ ਉਪ ਰਾਸ਼ਟਰਪਤੀ ਕੌਣ ਹੈ? ਤਾਂ ਪ੍ਰਸ਼ਨ ਸੀ ਬੜੇ ਸੌਖੇ ਪਾਏ ਗਏ ਸੀ। ਤਾਂ ਭਾਰਤ ਦਾ ਉਪ ਪ੍ਰਧਾਨ ਮੰਤਰੀ ਕੌਣ ਹੈ? ਹਾਂਜੀ, ਉਪ ਪ੍ਰਧਾਨ ਮੰਤਰੀ ਹੈ ਜੀ, ਕੋਈ ਵੀ ਨਹੀਂ ਹੈ। ਅਗਲਾ ਪ੍ਰਸ਼ਨ ਹੈ ਜੀ, ਭਾਰਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਦਾ ਨਾਮ ਸਰਦਾਰ ਵੱਲਭ ਭਾਈ ਪਟੇਲ। ਭਾਰਤੀ ਸੰਵਿਧਾਨ ਦਾ ਆਰਟੀਕਲ 14 ਤੈਅ ਕਰਦਾ ਹੈ ਇਹ ਕਾਨੂੰਨ ਦੇ ਸਾਹਮਣੇ ਸਮਾਨਤਾ। ਸੰਵਿਧਾਨ ਦੀ ਪੇਸ਼ਕਾਰੀ ਵਿੱਚ ਧਰਮ ਨਿਰਪੱਖ ਸ਼ਬਦ ਕਦੋਂ ਪਾਇਆ ਗਿਆ? 1976। ਅੱਗੇ ਹੈ ਜੀ, ਭਾਰਤੀ ਸੰਵਿਧਾਨ ਦੀ ਡਰਾਫਟਿੰਗ ਕਮੇਟੀ ਦਾ ਚੇਅਰਮੈਨ BR ਅੰਬੇਦਕਰ। 8ਵਾਂ ਪ੍ਰਸ਼ਨ, ਐਕਸਪੈਕਟਡ ਆਨਸਰ ਕੀ? ਆਰਟੀਕਲ 5 ਤੋਂ 11 ਪਾਰਟ 2 ਦੇ ਹੇਠਾਂ ਕੀ ਤੈਅ ਕਰਦੇ ਨੇ? ਇਹ ਕਰਦੇ ਨੇ ਜੀ ਸਿਟੀਜ਼ਨਸ਼ਿਪ। ਹਰਿਆਣਾ ਵਿਧਾਨ ਸਭਾ ਦੀਆਂ ਕਿੰਨੀਆਂ ਸੀਟਾਂ ਹਨ? 90। ਅੱਗੇ ਹੈ ਜੀ, ਪੰਜਾਬ ਵਿਧਾਨ ਸਭਾ ਦਾ ਸਪੀਕਰ ਹੈ ਜੀ ਰਾਣਾ KP ਸਿੰਘ। ਅੱਗੇ ਹੈ ਜੀ, ਸੰਵਿਧਾਨ ਵਿੱਚ ਬੁਨਿਆਦੀ ਫਰਜ਼ਾਂ ਨੂੰ ਸ਼ਾਮਲ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ ਜੀ ਇਹ ਸਵਰਨ ਸਿੰਘ ਕਮੇਟੀ ਦੇ ਦੁਆਰਾ। ਅੱਗੇ ਹੈ ਜੀ, ਕੌਣ ਭਾਰਤ ਦਾ ਉਪ ਰਾਸ਼ਟਰਪਤੀ ਨਹੀਂ ਸੀ? ਇਹ ਹੈ ਜੀ A ਆਪਸ਼ਨ, ਨਾਨਾ ਜੀ ਦੇਸ਼ਮੁਖ। ਅੱਗੇ ਹੈ ਜੀ, ਭਾਰਤੀ ਸੰਵਿਧਾਨ ਦਾ ਕਿਹੜਾ ਆਰਟੀਕਲ ਛੂਆਛੂਤ ਦੇ ਖਾਤਮੇ ਨਾਲ ਸੰਬੰਧਿਤ ਹੈ? ਆਰਟੀਕਲ 17। ਅਗਲਾ ਪ੍ਰਸ਼ਨ ਹੈ ਜੀ ਅੱਗੇ, ਹੈੱਡ ਆਫਿਸ ਆਫ ਦਾ WHO। ਇਹ ਹੈ ਜੀ ਜਿਨੇਵਾ ਦੇ ਵਿੱਚ ਹੈ WHO ਦਾ ਆਫਿਸ। ਅਗਲਾ ਜੀ 15ਵਾਂ ਪ੍ਰਸ਼ਨ, UNO ਕਦੋਂ ਹੋਂਦ ਵਿੱਚ ਆਇਆ? ਇਹ ਹੈ ਜੀ 24 ਅਕਤੂਬਰ 1945। ਅੱਗੇ ਜੀ, ਯੂਨੈਸਕੋ ਦਾ ਮੁੱਖ ਦਫ਼ਤਰ ਇਹ ਹੈ ਜੀ ਪੈਰਿਸ ਦੇ ਵਿੱਚ ਹੈ। ਅਗਲਾ ਪ੍ਰਸ਼ਨ ਹੈ ਜੀ, ਕਿਸ ਦੇਸ਼ ਕੋਲ UNO ਦੀ ਸੁਰੱਖਿਆ ਪ੍ਰੀਸ਼ਦ ਵਿੱਚ ਵੀਟੋ ਪਾਵਰ ਨਹੀਂ ਹੈ? ਇਹ ਹੈ ਨਹੀਂ ਜੀ, ਜੋ ਜਾਪਾਨ ਦੇ ਕੋਲ ਨਹੀਂ ਹੈਗੀ। ਅਗਲਾ ਜੀ, ਸੁਪਰੀਮ ਕੋਰਟ ਦੇ ਜੱਜ ਦੀ ਸੇਵਾ ਮੁਕਤੀ ਦੀ ਉਮਰ 65 ਸਾਲ। ਹਾਈ ਕੋਰਟ ਦੇ ਜੱਜ ਦੀ ਸੇਵਾ ਮੁਕਤੀ ਦੀ ਉਮਰ ਹੈ ਜੀ 62 ਸਾਲ। ਤਾਂ ਦੇਖ ਸਕਦੇ ਹੋ ਤੁਸੀਂ, ਪ੍ਰਸ਼ਨ ਬਿਲਕੁਲ ਸੌਖੇ ਪ੍ਰਸ਼ਨ ਸੀ। ਅੱਗੇ ਜੀ, ਧਰਮ ਦੀ ਆਜ਼ਾਦੀ ਦਾ ਅਧਿਕਾਰ ਕਿਹੜੇ ਆਰਟੀਕਲ ਦੇ ਅੰਡਰ ਆਉਂਦਾ ਹੈ? ਆਰਟੀਕਲ 25। ਸਰਕਾਰੀਆ ਕਮਿਸ਼ਨ ਮਸ਼ਹੂਰ ਹੈ ਕੇਂਦਰ ਰਾਜ ਪ੍ਰਬੰਧਾਂ ਦੇ ਨਾਲ। ਅੱਗੇ ਜੀ, ਭਾਰਤੀ ਚੋਣ ਕਮਿਸ਼ਨ ਕਦੋਂ ਹੋਂਦ ਵਿੱਚ ਆਇਆ? 25 ਜਨਵਰੀ 1950। 75 ਕੁਐਸਚਨ ਕਰਾਂਗੇ ਜੀ ਆਪਾਂ। ਐਕਸਪੈਕਟਡ ਆਨਸਰ ਕੀ? SST ਦਾ ਪੇਪਰ ਹੋਇਆ ਸੀ ਜੋ ਹਿਸਟਰੀ ਇਹਦੀ ਸਿਵਿਕਸ ਵਾਲੇ ਪੋਰਸ਼ਨ ਦੀ ਹੈ ਇਹ। ਭਾਰਤ ਦਾ ਮੁੱਖ ਚੋਣ ਕਮਿਸ਼ਨਰ ਹੈ ਜੀ ਸੁਨੀਲ ਅਰੋੜਾ। ਜਸਟਿਸ ਕੁਲਦੀਪ ਸਿੰਘ ਨੂੰ ਹੱਦਬੰਦੀ ਕਮਿਸ਼ਨ ਦਾ ਚੇਅਰਪਰਸਨ ਕਦੋਂ ਨਿਯੁਕਤ ਕੀਤਾ ਗਿਆ? ਜੁਲਾਈ 2002। ਕੌਣ ਭਾਰਤ ਦਾ ਮੁੱਖ ਚੋਣ ਕਮਿਸ਼ਨਰ ਨਹੀਂ ਸੀ? ਜੋ ਨਹੀਂ ਸੀ ਜੀ ਇਹਦੇ ਵਿੱਚ ਹੈ NK ਸਿੰਘ। ਅੱਗੇ ਜੀ, ਨੋਟਾ ਸ਼ਬਦ ਵਰਤਿਆ ਜਾਂਦਾ ਚੋਣਾਂ ਦੇ ਵਿੱਚ ਜਦੋਂ ਕੋਈ ਉਮੀਦਵਾਰ ਪਸੰਦ ਨਹੀਂ ਆਉਂਦਾ ਤਾਂ ਨੋਟਾ ਦਾ ਬਟਨ ਦਬਾ ਸਕਦੇ ਹੋ। ਅੱਗੇ ਜੀ, ILO ਦਾ ਮੁੱਖ ਦਫ਼ਤਰ ਹੈ ਜੀ ਜਨੇਵਾ ਦੇ ਵਿੱਚ ILO। ਅੱਗੇ ਜੀ, ਕੇਸ਼ਵਾਨੰਦ ਭਾਰਤੀ ਕੇਸ ਜੁੜਿਆ ਹੋਇਆ ਸੰਵਿਧਾਨ ਦਾ ਮੁੱਢਲਾ ਢਾਂਚਾ। ਅੱਗੇ ਜੀ 29ਵਾਂ ਪ੍ਰਸ਼ਨ ਹੈ ਜੀ, ਮੰਡਲ ਕਮਿਸ਼ਨ ਕਿਸ ਨਾਲ ਨਜਿੱਠਦਾ? ਪਛੜੀਆਂ ਸ਼੍ਰੇਣੀਆਂ ਦੇ ਨਾਲ। DMK ਪਾਰਟੀ ਮੁੱਖ ਤੌਰ 'ਤੇ ਇਹ ਚੱਲਦੀ ਹੈ ਜੀ DMK ਹੈ ਜੋ ਤਮਿਲਨਾਡੂ ਦੇ ਵਿੱਚ ਚੱਲਦੀ ਹੈ ਇਹ ਪਾਰਟੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ, ਚਿਪਕੋ ਮੂਵਮੈਂਟ ਦਾ ਪਤਾ ਹੀ ਹੈ ਤੁਹਾਨੂੰ ਸਾਰਿਆਂ ਨੂੰ। ਚਿਪਕੋ ਮੂਵਮੈਂਟ ਦਾ ਅਰਥ ਹੈ ਜੀ ਜੰਗਲਾਂ ਅਤੇ ਰੁੱਖਾਂ ਦੀ ਸੁਰੱਖਿਆ। ਭਾਰਤ ਵਿੱਚ ਕਿਹੜਾ ਪਾਰਟੀ ਪ੍ਰਣਾਲੀ ਸਿਸਟਮ ਪ੍ਰਬਲ ਹੈ? ਇਹ ਹੈਗਾ ਜੀ ਬਹੁ ਪਾਰਟੀ ਸਿਸਟਮ। ਅੱਗੇ ਜੀ, ਭਗਵੰਤ ਮਾਨ ਸੰਗਰੂਰ ਤੋਂ ਇਹ ਆਮ ਆਦਮੀ ਪਾਰਟੀ ਦੇ MP ਨੇ। ਅੱਗੇ ਜੀ, ਪੰਜਾਬ ਵਿਧਾਨ ਸਭਾ ਦਾ ਸਪੀਕਰ ਕਿਸ ਪਾਰਟੀ ਨਾਲ ਸੰਬੰਧ ਰੱਖਦਾ? ਇੰਡੀਅਨ ਨੈਸ਼ਨਲ ਕਾਂਗਰਸ। ਭਾਰਤ ਵਿੱਚ ਆਮ ਚੋਣਾਂ ਦਾ ਅਧਿਕਾਰ ਹੈ ਜੀ ਇਹ ਬਾਲਗ ਸਫਰੇਜ, ਬਾਲਗ ਮਤ ਅਧਿਕਾਰ ਕਹਿੰਦੇ ਨੇ। ਅੱਗੇ ਜੀ, ਅੱਛੇ ਦਿਨ ਦਾ ਨਾਅਰਾ ਕਿਸ ਨੇ ਦਿੱਤਾ? ਇਹਦਾ ਪਤਾ ਹੀ ਹੈ ਜੀ ਸਾਰਿਆਂ ਨੂੰ, ਭਾਰਤ ਦੇ ਪ੍ਰਧਾਨ ਮੰਤਰੀ ਨੇ ਜੋ ਮੌਜੂਦਾ ਨਰਿੰਦਰ ਮੋਦੀ ਨੇ ਦਿੱਤਾ ਸੀ। 1977 ਦੇ ਵਿੱਚ ਜਨਤਾ ਪਾਰਟੀ ਦੀ ਸਰਕਾਰ ਦੀ ਅਗਵਾਈ ਕਿਸ ਨੇ ਕੀਤੀ ਸੀ ਜੀ? ਮੁਰਾਰਜੀ ਦੇਸਾਈ ਜੀ ਨੇ। ਅੱਗੇ ਜੀ, ਜੈ ਪ੍ਰਕਾਸ਼ ਨਾਰਾਇਣ ਨੂੰ ਜਾਣਿਆ ਜਾਂਦਾ ਹੈ ਟੋਟਲ ਰੈਵੋਲੂਸ਼ਨ, ਕੁੱਲ ਇਨਕਲਾਬ। ਅੱਗੇ ਜੀ, ਪੰਜਾਬ ਨੂੰ ਭਾਸ਼ਾ ਦੇ ਆਧਾਰ 'ਤੇ ਪੁਨਰਗਠਨ
1966 ਦੇ ਵਿੱਚ। ਅੱਗੇ ਹੈ ਜੀ ਸੰਤ ਫਤਿਹ ਸਿੰਘ ਕਿਸ ਪਾਰਟੀ ਨਾਲ ਸੰਬੰਧ ਰੱਖਦੇ ਨੇ? SAD ਸ਼੍ਰੋਮਣੀ ਅਕਾਲੀ ਦਲ। ਬਲਵੰਤ ਰਾਏ ਮਹਿਤਾ ਕਮੇਟੀ ਦਾ ਸੰਬੰਧ ਹੈ ਜੀ ਪੰਚਾਇਤੀ ਰਾਜ ਸੰਸਥਾਵਾਂ ਦੇ ਨਾਲ। ਕਈ ਪ੍ਰਸ਼ਨ ਤਾਂ ਬਿਲਕੁਲ ਹੀ ਸੌਖੇ ਨੇ। ਅੱਗੇ ਹੈ ਜੀ ਚੇਅਰਮੈਨ ਇਜ਼ ਦਾ ਹੈੱਡ ਆਫ, ਇਹ ਹੈਗਾ ਜੀ ਜ਼ਿਲ੍ਹਾ ਪ੍ਰੀਸ਼ਦ। ਅਗਲਾ ਪ੍ਰਸ਼ਨ ਹੈ ਜੀ ਆਨੰਦਪੁਰ ਸਾਹਿਬ ਰੈਜੂਲੇਸ਼ਨ, ਇਹਦਾ ਜੀ ਅਨੰਦਪੁਰ ਸਾਹਿਬ ਰੈਜੂਲੇਸ਼ਨ ਹੈ ਜੋ ਇਹ ਕਿਸ ਲਈ ਜਾਣਿਆ ਜਾਂਦਾ ਹੈ? ਇਹ ਜਾਣਿਆ ਜਾਂਦਾ ਜੀ ਰਾਜਾਂ ਨੂੰ ਖੁਦ ਮੁਖਤਾਰੀ ਦੇ ਲਈ। 44ਵਾਂ ਪ੍ਰਸ਼ਨ ਹੈ ਜੀ ਕਿਹੜੀ ਪਾਰਟੀ ਰਾਜਸਥਾਨ ਰਾਜ ਦਾ ਪ੍ਰਬੰਧ ਕਰ ਰਹੀ ਹੈ ਇਸ ਸਮੇਂ? ਉਹ ਕਰ ਰਹੀ ਹੈ ਜੀ ਇੰਡੀਅਨ ਨੈਸ਼ਨਲ ਕਾਂਗਰਸ। ਅੱਗੇ ਜੀ 45ਵਾਂ ਪ੍ਰਸ਼ਨ, ਨਗਰ ਕੌਂਸਲ ਬਣਾਈ ਜਾਂਦੀ ਹੈ ਛੋਟੇ ਸ਼ਹਿਰੀ ਖੇਤਰ ਦੇ ਲਈ ਬਣਾਈ ਜਾਂਦੀ ਹੈ। ਅੱਗੇ ਜੀ ਹੂ ਰੋਟ ਦਾ ਕੈਪੀਟਲ, ਇਹ ਲਿਖੀ ਸੀ ਜੀ ਕਾਰਲ ਮਾਰਕਸ ਨੇ। ਅਗਲਾ ਪ੍ਰਸ਼ਨ ਹੈ ਜੀ ਟਰਸਟਸ਼ਿਪ ਦੀ ਧਾਰਨਾ ਜੁੜੀ ਹੋਈ ਹੈ ਜੀ ਮਹਾਤਮਾ ਗਾਂਧੀ ਜੀ ਦੇ ਨਾਲ। ਅਗਲਾ ਪ੍ਰਸ਼ਨ ਹੈ ਜੀ ਲਿਬਰਟੀ ਸੰਕਲਪ ਹੈ ਜੋ ਲਿਬਰਟੀ ਸੰਕਲਪ ਲਿਆ ਗਿਆ ਜੀ ਲੈਟਿਨ ਭਾਸ਼ਾ ਤੋਂ ਲਿਆ ਗਿਆ ਇਹ। ਅੱਗੇ ਹੈ ਜੀ ਕਾਰਲ ਮਾਰਕਸ ਧਾਰਨਾ ਨਾਲ ਜੁੜੇ ਹੋਏ ਹਨ, ਇਹ ਹੈ ਜੀ ਕਲਾਸ ਸੰਘਰਸ਼। ਅਗਲਾ ਪ੍ਰਸ਼ਨ ਵਿਗਿਆਨਿਕ ਸਮਾਜਵਾਦ ਦੇ ਸੰਕਲਪ 'ਤੇ ਕਿਸ ਨੇ ਜ਼ੋਰ ਦਿੱਤਾ? ਇਹ ਦਿੱਤਾ ਸੀ ਜੀ ਕਾਰਲ ਮਾਰਕਸ ਨੇ। 51ਵਾਂ ਪ੍ਰਸ਼ਨ ਹੈ ਜੀ ਅੱਗੇ ਵਿਨੋਦਾ ਭਾਵੇ ਕਿਸ ਨਾਲ ਸੰਬੰਧਿਤ ਸੀ? ਭੂਦਾਨ। ਅਗਲਾ ਪ੍ਰਸ਼ਨ ਹਿੰਦ ਸਵਰਾਜ ਕਿਸ ਨੇ ਲਿਖਿਆ? ਇਹ ਲਿਖੀ ਸੀ ਜੀ MK ਗਾਂਧੀ ਨੇ, ਮਹਾਤਮਾ ਗਾਂਧੀ ਜੀ ਨੇ। ਅਗਲਾ ਪ੍ਰਸ਼ਨ ਹੈ ਜੀ 53ਵਾਂ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਦਾਰਸ਼ਨਿਕ ਦੀ ਪਛਾਣ ਕਰੋ। ਤਾਂ ਇਹਦੇ ਵਿੱਚ ਵੀ ਡਾਊਟ ਹੈ ਜੀ, ਕਲਾਮ ਵੀ ਆ ਸਕਦਾ ਇਹਦਾ ਉੱਤਰ, ਤੇ ਐਕਸ ਰਾਧਾ ਕ੍ਰਿਸ਼ਨਨ ਵੀ ਆ ਸਕਦੇ ਨੇ, ਤਾਂ ਕੋਈ ਵੀ ਆ ਸਕਦਾ ਜੀ ਆਪਸ਼ਨ। ਇਹਨਾਂ ਦੋਨਾਂ ਦੇ ਵਿੱਚੋਂ ਦੇਖਦੇ ਜਦੋਂ ਅਫੀਸ਼ੀਅਲ ਆਨਸਰ ਕੀ ਆਏਗੀ, ਕਿਹਨੂੰ ਸਹੀ ਕਰਦੇ ਨੇ। ਅਗਲਾ ਪ੍ਰਸ਼ਨ ਹੈ ਜੀ ਅੱਗੇ 54ਵਾਂ ਪ੍ਰਸ਼ਨ ਲਿਬਰਲਿਜ਼ਮ ਵਿੱਚ ਇੱਕ ਵਿਅਕਤੀ ਹੈ, ਇਹ ਹੈ ਜੀ ਨਿਰਸਵਾਰਥ ਵਿਅਕਤੀ ਜਾਂ ਤਰਕਸ਼ੀਲ ਨਾਗਰਿਕ। ਤਾਂ ਨਿਰਸਵਾਰਥ ਜ਼ਿਆਦਾ ਠੀਕ ਲੱਗਦਾ। ਅਗਲਾ ਪ੍ਰਸ਼ਨ ਹੈ ਜੀ ਅੱਗੇ ਸਰਵੋਦਿਆ ਲੀਡਰ ਸੀ ਵਿਨੋਦਾ ਭਾਵੇ। ਮਹਾਤਮਾ ਗਾਂਧੀ ਕਿਸ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ? ਲਿਓ ਟਾਲਸਟਾਏ। ਅੱਗੇ ਜੀ ਮਹਾਤਮਾ ਗਾਂਧੀ ਦਾ ਕਤਲ ਹੋਇਆ ਸੀ ਜੀ 1948 ਦੇ ਵਿੱਚ। ਕਾਰਲ ਮਾਰਕਸ ਨੇ ਪ੍ਰਭਾਵਿਤ ਕੀਤਾ ਸੀ ਜੀ ਰਸ਼ੀਅਨ ਰੈਵੋਲਿਊਸ਼ਨ 1917। ਅੱਗੇ ਜੀ ਕਾਰਲ ਮਾਰਕਸ ਡਾਈਡ ਇਨ, ਇਹ ਸੀ ਜੀ ਇੰਗਲੈਂਡ ਦੇ ਵਿੱਚ ਮਰੇ ਸੀ, ਇਹ ਮੌਤ ਹੋਈ ਸੀ ਇਹਨਾਂ ਦੀ। ਅਗਲਾ ਪ੍ਰਸ਼ਨ ਹੈ ਜੀ ਭਾਰਤੀ ਸੰਸਦ ਵਿੱਚ ਹੇਠਲਾ ਸਦਨ ਲੋਕ ਸਭਾ। ਭਾਰਤੀ ਗਣਰਾਜ ਦਾ ਕਿਹੜਾ ਰਾਸ਼ਟਰਪਤੀ ਨਹੀਂ ਸੀ? ਤਾਂ ਨਹੀਂ ਸੀ ਜੀ ਇਹ MM ਜੋਸ਼ੀ। ਅਗਲਾ ਪ੍ਰਸ਼ਨ ਹੈ ਜੀ ਕਿਹੜੇ ਆਰਟੀਕਲ ਦੇ ਅਧੀਨ ਭਾਰਤ ਦੇ ਰਾਸ਼ਟਰਪਤੀ ਨੂੰ ਮਹਾਦੋਸ਼ ਕੀਤਾ ਜਾ ਸਕਦਾ ਹੈ? ਆਰਟੀਕਲ 61। ਜਦੋਂ ਹਿਦਾਇਤੁੱਲ ਭਾਰਤ ਦਾ ਕਾਰਜਕਾਰੀ ਰਾਸ਼ਟਰਪਤੀ ਬਣਿਆ ਤਾਂ ਉਸ ਪਾਸ ਕਿਹੜਾ ਪਦ ਸੀ? ਇਹ ਸੀ ਜੀ CJI ਚੀਫ ਜਸਟਿਸ ਆਫ ਇੰਡੀਆ। 64ਵਾਂ ਪ੍ਰਸ਼ਨ ਹੈ ਜੀ ਉਸ ਪ੍ਰਧਾਨ ਮੰਤਰੀ ਦੀ ਪਛਾਣ ਕਰੋ ਜਿਹਨੇ ਸੰਸਦ ਦਾ ਸਾਹਮਣਾ ਨਹੀਂ ਕੀਤਾ। ਚੌਧਰੀ ਚਰਨ ਸਿੰਘ। ਲੋਕ ਸਭਾ ਦੀ ਮੈਂਬਰਸ਼ਿਪ ਲਈ ਘੱਟ ਤੋਂ ਘੱਟ ਉਮਰ ਕਿੰਨੀ ਹੈ? ਇਹ ਹੈ ਜੀ 25 ਸਾਲ। ਅੱਗੇ ਹੈ ਜੀ ਮੈਂਸ਼ਨ ਦਾ ਟਰਮ ਆਫ ਦਾ ਪ੍ਰੈਜ਼ੀਡੈਂਟ ਆਫ ਇੰਡੀਆ। ਹਾਂਜੀ, ਭਾਰਤ ਦੇ ਰਾਸ਼ਟਰਪਤੀ ਦੀ ਮਿਆਦ ਕਿੰਨੀ ਹੁੰਦੀ ਹੈ ਜੀ? ਇਹ ਹੈ ਜੀ 5 ਸਾਲ। ਅਗਲਾ ਪ੍ਰਸ਼ਨ ਹੈ ਜੀ ਅੱਗੇ ਹੈ ਲੋਕ ਸਭਾ ਦਾ ਸਪੀਕਰ ਹੈ ਜੀ ਓਮ ਬਿਰਲਾ ਜੀ। 68ਵਾਂ ਪ੍ਰਸ਼ਨ ਹੂ ਇਜ਼ ਦਾ ਯੂਨੀਅਨ ਡਿਫੈਂਸ ਮਿਨਿਸਟਰ ਆਫ ਇੰਡੀਆ। ਭਾਰਤ ਦਾ ਕੇਂਦਰੀ ਰੱਖਿਆ ਮੰਤਰੀ ਹੈ ਜੀ ਰਾਜਨਾਥ ਸਿੰਘ ਜੀ। ਅੱਗੇ ਜੀ ਪੰਜਾਬ ਦਾ ਰਾਜਪਾਲ ਨੇ ਜੀ ਰਾਜਪਾਲ ਦਾ ਨਾਮ ਹੈ ਜੀ VP ਸਿੰਘ ਬਦਨੌਰ। ਰਾਜ ਦੇ ਮੁੱਖ ਮੰਤਰੀ ਨੂੰ ਕਿਸ ਆਰਟੀਕਲ ਦੇ ਅਧੀਨ ਨਿਯੁਕਤ ਕੀਤਾ ਜਾਂਦਾ ਹੈ? ਆਰਟੀਕਲ 164। ਭਾਰਤ ਸੰਵਿਧਾਨ ਦੀ 8ਵੀਂ ਸੂਚੀ ਤੈਅ ਕਰਦੀ ਹੈ ਜੀ ਭਾਸ਼ਾਵਾਂ ਨੂੰ। ਅਗਲਾ ਪ੍ਰਸ਼ਨ ਹੈ ਜੀ ਆਰਟੀਕਲ 36 ਤੋਂ 51 ਪਾਰਟ 4 ਤੈਅ ਕਰਦਾ ਹੈ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ। 73ਵਾਂ ਪ੍ਰਸ਼ਨ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਗੈਰ ਸੰਗਠਿਤ ਲਹਿਰ ਦਾ ਲੀਡਰ ਨਹੀਂ ਸੀ? ਇਹ ਸੀ ਜੀ ਜਵਾਹਰ ਲਾਲ ਨਹਿਰੂ। ਅਗਲਾ ਪ੍ਰਸ਼ਨ ਹੈ ਜੀ UNO ਦਾ ਪਹਿਲਾ ਸੈਕਟਰੀ ਕੌਣ ਸੀ? ਇਹ ਸੀ ਜੀ ਟਰੈਗਵਲੀ। ਅਗਲਾ ਪ੍ਰਸ਼ਨ ਹੈ ਜੀ ਭਾਰਤ ਦਾ ਉਪ ਰਾਸ਼ਟਰਪਤੀ ਕੌਣ ਹੈ? ਹਾਂਜੀ, ਇਹਦੇ ਵਿੱਚ ਵੀ ਭਾਰਤ ਦਾ ਉਪ ਰਾਸ਼ਟਰਪਤੀ ਹੈ ਜੀ। ਸਹੀ ਉੱਤਰ ਹੈ ਜੀ ਇਹਦਾ CM ਵੈਂਕਈਆ ਨਾਇਡੂ। ਇਹ ਸੀ ਜੀ ਐਕਸਪੈਕਟਡ ਆਨਸਰ ਕੀ ਹੈ ਜੋ ਅੱਜ ਮਾਸਟਰ ਕਾਡਰ ਦਾ ਪੇਪਰ ਹੋਇਆ 9 ਜਨਵਰੀ 2020 ਨੂੰ
ਜੋ ਉਹਦੇ ਵਿੱਚ 75 ਪ੍ਰਸ਼ਨ ਆਏ ਸੀ ਜੀ ਇਹਦੇ ਆਪਣਾ ਸਵਿਕਸ ਦੇ, ਤਾਂ 75 ਪ੍ਰਸ਼ਨਾਂ ਦੀ ਆਨਸਰ ਕੀ ਹੈ। ਜੇਕਰ ਕੋਈ ਪ੍ਰਸ਼ਨ ਦੇ ਵਿੱਚ ਤੁਹਾਨੂੰ ਡਾਊਟ ਲੱਗਦਾ ਤਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ।